आसा महला चौथा। तू करता सचियार मैडा साई, जो तो भावै सोई थीसी। साध संगत जी उपरले शब्द की जो अखीरली पंक्ति आई है, जन नानक गुण गावै करते के जी, ये ख्याल रखना के वखरा जी वखरा, उचारण में थोड़ा वक्फा देना, फर्क पाना है। के जी इकट्ठा नहीं कहा जाना, के जी काली विच भी नहीं बोल जाना। के जी जन नानक गुण गावै करते के जी, सो इयों उच्चारण करना है। जो सब सै का जान होई, ਇਹਦਾ भी फर्क ख्याल रखना। का जान होई इकट्ठा नहीं कह देना, का जान होई। हाँ जी, हाँ जी, पढ़ो जी। आसा महला चौथा। तू करता सचियार मैडा साई, जो तो भावै सोई थीसी। जो तू देह सोई हौ पाई, रहाओ सब तेरी तू सबनी ध्याया। जिसनो कृपा करहै तिन नाम रतन पाया। गुरमुख लाधा मन मुख गवाया, तुध आप विछोड़िया आप मिलाया। तू दरियाओ सब तुझ ही माहे। दरियाओ रारे नूं बिहारी है, दरियाओ नहीं बोलना, बिहारी का उच्चारण करना है। दरियाओ जिवें सिंह जी ने किया है। तू दरियाओ सब तुझ ही माहे, तुझ बिन दूजा कोई नाहे। जी जंत सब तेरा खेल, विजोग मिल विछोड़िया संजोगी मेल। इत्थे पाठी ਸਿੰਘਾਂ ਵੱਲੋਂ आम गलती ਹੁੰਦੀ है, ਉਹ ਵਿਜੋਗ ਤੇ ਵੀ ਟਿੱਪੀ ਲਾ ਜਾਂਦੇ ਨੇ। ਵਿੰਜੋਗ ਮਿਲ ਵਿਛੜਿਆ ਇਉਂ ਬੋਲ ਜਾਂਦੇ ਨੇ, ਉਹ ਬਿਲਕੁਲ ਹੀ ਅਸ਼ੁੱਧ ਹੈ, ਬਹੁਤ ਗਲਤ ਹੈ। ਬਿੰਦੀ ਟਿੱਪੀ ਨਹੀਂ ਲਾਉਣੀ, ਵਿਜੋਗ ਮਿਲ ਵਿਛੜਿਆ, ਵਿੰਜੋਗ ਨਹੀਂ ਬੋਲਣਾ। ਸੰਜੋਗੀ ਮੇਲ ਇੱਥੇ ਸੱਸੇ ਉੱਪਰ ਟਿੱਪੀ ਹੈ, ਇਹ ਜ਼ਰੂਰ ਬੋਲਣੀ ਹੈ। ਵਿਜੋਗ ਮਿਲ ਵਿਛੜਿਆ संजोगी मेल, जिसनो तू जान आए। जान आए है पाठ इकट्ठा जिवें उच्चारण किया गया है, इनू जाना यह वखरा नहीं करना। जिसनो तू जान आए सोई जन जाना। आम जनाए कह देंदे ने। हाँ जी, कई जनाए भी कह जाते हैं। जज्जे नू कन्ना भी जरूर बोलना है, मगरली हाहे की सिहारी भी जरूर बोलनी है। पाठ नू वखरा भी नहीं करना। जान आए है हर गुण सद ही आख वखाणा। जिन हर सेविया तिन सुख पाया। सहजे ही हर नाम समाया। तू आपे करता तेरा किया सब होए। तुद बिन दूजा अवर ना कोय। तू कर कर वेख है जान है सोए। जन नानक गुरमुख प्रगट होए। आसा महला पहला। तित सरवरड़ा भईले निवासा। तित सरवरड़ै बिल्कुल ऐन सोच समझ के उच्चारण करना। सरवर तां पाठ सिद्धा ही है, नाल ड़ै लगा पर वखरा वखरा नहीं, इकट्ठा पाठ। तित सरवरड़ै भई ले, ये संबंधक पाठ आवेगा। भई ले वखरा भी नहीं ते बिल्कुल नाल भईले इकट्ठा भी नहीं। भई ले संबंधक पाठ आवेगा। तित सरवरड़ा भईले निवासा। पानी पावक तिन्ह किया। पंक जो मोह पाग नहीं चाला। पंक जो मोह आम तौर पर प्रचलित पंकज मोह पाठ कर जाते हैं, पर वो नहीं। पंक जो मोह, पंक कहते ने चिक्कड़ नूं, जिहड़ा मोह रूपी चिक्कड़ है, ਇਹਦੇ ਵਿੱਚ ਮਨੁੱਖ ਦੀ ਬਿਰਤੀ ਜਿਹੜੀ ਹੈ ਪਰਮਾਰਥ ਵਾਲੇ ਪਾਸੇ ਨਹੀਂ ਚੱਲ ਰਹੀ। ਪੰਕ ਜੋ ਮੋਹ ਵੱਖਰਾ ਵੱਖਰਾ ਪਾਠ ਕਰਨਾ। ਪੱਗ ਵੀ ਨਹੀਂ ਕਹਿਣਾ ਇਹਨੂੰ, ਪੱਗ ਪੱਗ। ਹਾਂਜੀ, ਪੱਗ ਪੱਗ ਵੀ ਪੋਲਾ ਬੋਲਣਾ, ਪੱਗ ਕੱਸ ਕੇ ਨਹੀਂ। पंक जो मोह पाग नहीं चाला। हम देखा तह डूबी अले। देखा नहीं बोलना, कई पाठी देखा बिंदी ला के बोल जाते ने। हम देखा तह डूबी अले। मन एक ना चेतस मूढ़ मना।
ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਮੂਰਖ ਮੁਗਦਾ ਜਨਮ ਭਇਆ, ਇੱਥੇ ਆਮ ਗਲਤੀ ਸੁਣਨ ਵਿੱਚ ਆਉਂਦੀ ਹੈ, ਭਿਆ ਬੋਲ ਜਾਂਦੇ ਨੇ। ਮੂਰਖ ਮੁਗਦਾ ਜਨਮ ਭਿਆ, ਭਿਆ ਕੋਈ ਪਾਠ ਨਹੀਂ, ਉਹ ਤਾਂ ਭੱਬੇ ਸਿਹਾਰੀ ਆੜੇ ਕੰਨਾ ਬਣੇਗਾ ਤੇ ਉਹਦਾ ਅਰਥ ਵੀ ਕੋਈ ਨਹੀਂ ਹੈ। ਭਇਆ ਭੱਬਾ ਈੜੀ ਸਿਹਾਰੀ ਐੜੇ ਕੰਨਾ ਜਿਵੇਂ ਸਤਿਗੁਰੂ ਜੀ ਨੇ ਲਿਖਿਆ ਹੈ, ਇਉਂ ਭਇਆ ਉਚਾਰਨ ਹੋਵੇਗਾ ਜੀ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਦੇਹੁਰੀਆ ਪਾਠ ਇਕੱਠਾ ਹੈ, ਦੇਹੁਰੀਆ ਨਹੀਂ ਕਰਨਾ, ਦੇਹਰੀਆ ਔਂਕੜ ਤੋਂ ਬਿਨਾਂ ਵੀ ਨਹੀਂ ਕਰਨਾ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ। ਜਨਮ ਬ੍ਰਿਥਾ ਜਾਤ। ਪਾਠ ਮਿਲ ਸਾਧ ਸੰਗਤ ਭਾਜ। ਭਜ ਜੋਰ ਕੱਸ ਕੇ ਨਹੀਂ ਬੋਲਣਾ, ਅਦਕ ਨਹੀਂ ਲਾਉਣਾ। ਹਾਂ, ਅਦਕ ਨਹੀਂ ਲਾਉਣਾ। ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਕਈ ਭੱਜ ਜੋਰ ਕੇ ਕੱਸ ਕੇ ਬੋਲਦੇ, ਉਹ ਨਹੀਂ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਸਰਣ ਪਰੇ ਕੀ ਰਾਖੋ ਸਰਮਾ। ਸੋਹਿਲਾ ਰਾਗ ਗੌੜੀ ਦੀਪ ਕੀ। ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ਸਿਵਰਿਹੁ ਸਿਮਰੋ ਨਹੀਂ, ਸਿਵਰੋ ਨਹੀਂ। ਸਿਵਰਿਹੁ ਵੱਵਾ ਤੇ ਅੱਗੇ ਰਾਰੇ ਨੂੰ ਸਿਹਾੜੀ ਹੈ, ਹਾਹੇ ਨੂੰ ਹੋੜਾ ਔਂਕੜ ਹੈ। ਸੋ ਇਸ ਪ੍ਰਕਾਰ ਸਿਵਰਿਹੁ ਪਾਠ ਕਰਨਾ ਹੈ। ਆਮ ਤੌਰ ਤੇ ਸਿਮਰੋ ਬੋਲ ਜਾਂਦੇ ਨੇ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ ਦੇਖੈਗਾ ਦੇਵਨਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਦੇਹ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ। ਪਾਹੁਚਾ ਘਰ ਘਰ ਇਹੋ ਪਾਹੁਚਾ। ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ। ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਆਮ ਤੌਰ ਤੇ ਪਾਠੀ ਸਿੰਘ ਛੱਛੇ ਨੂੰ ਲਾਮ ਲਾ ਕੇ ਛੇ ਬੋਲ ਜਾਂਦੇ ਨੇ, ਪਰ ਨਹੀਂ, ਸਤਿਗੁਰੂ ਜੀ ਨੇ ਛੱਛੇ ਨੂੰ ਸਿਹਾਰੀ ਐੜਾ ਮੁਕਤਾ ਲਿਖਿਆ। ਛੇ ਘਰ ਛੇ ਗੁਰ ਛੇ ਉਪਦੇਸ਼। ਹਾਂਜੀ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ।
ਵਿਸੋਏ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੁ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਧੂਪ ਮਲ ਆਨ ਲੋ, ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ। ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ, ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਖਾਲਸਾ ਜੀ, ਇਹ ਜੋ ਵਿਸ਼ਰਾਮ ਪਾਠੀ ਸਿੰਘ ਜੀ ਨੇ ਲਾਇਆ ਹੈ, ਇਹ ਚਾਲ ਵਾਸਤੇ ਹੈ। ਪੰਗਤੀ ਦੀ ਚਾਲ ਇਉਂ ਬਣਦੀ ਹੈ, ਇਸ ਲਈ ਗੰਧ ਬਿਨ ਤੇ ਵਿਸਰਾਮ ਆਇਆ ਹੈ। ਅਰਥ ਦੇ ਵਿੱਚ ਜਿਹੜਾ ਵਿਸਰਾਮ ਸਮਝਣ ਵਾਸਤੇ ਸਾਡੇ ਵਾਸਤੇ ਆਵੇਗਾ, ਸਤਿਗੁਰੂ ਜੀ ਦੇ ਪਾਵਨ ਬਚਨ ਨੇ ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਇਹ ਅਰਥ ਵਾਸਤੇ ਹੈ, ਸਮਝਣ ਵਾਸਤੇ ਹੈ, ਚਾਲ ਵਾਸਤੇ ਵਿਸਰਾਮ ਪਾਠੀ ਸਿੰਘ ਜੀ ਨੇ ਸਹੀ ਲਾਇਆ ਹੈ। ਸੋ ਇਸੇ ਤਰ੍ਹਾਂ ਹੀ ਪਾਠ ਹੋਵੇਗਾ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਚਾਲ ਪੰਗਤੀ ਦੀ ਇਉਂ ਹੀ ਚੱਲੇਗੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਹੈ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ, ਹੋਏ ਜਾਤੇ ਤੇਰਾ ਨਾਏ ਵਾਸਾ। ਇੱਥੇ ਆਪ ਜੀ ਦੇ ਵੇਖਣ ਵਿੱਚ ਆਇਆ ਹੈ ਅਨ ਦਿਨੋਂ। ਅਨ ਦਿਨ ਜਿਹੜਾ ਮਗਰਲਾ ਨੰਨਾ ਹੈ, ਇਹਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗਾ ਹੋਇਆ ਹੈ। ਇਸ ਤੋਂ ਭਾਵ ਜਿਹੜਾ ਸ਼ਬਦ ਹੈ, ਲਫ਼ਜ਼ ਹੈ, ਉਹ ਹੈ ਅਨ ਦਿਨ, ਨੰਨੇ ਨੂੰ ਔਂਕੜ ਦੇ ਨਾਲ। ਪਰ ਚਾਲ ਵਾਸਤੇ ਸਤਿਗੁਰੂ ਜੀ ਨੇ ਨਾਲ ਇਹਦੇ ਹੋੜਾ ਵੀ ਲਗਾਇਆ ਹੋਇਆ ਹੈ। ਸ਼ਬਦ ਦਾ ਅਸਲੀ ਰੂਪ ਵੀ ਰੱਖਿਆ ਹੈ, ਪਰ ਨਾਲ ਉਸ ਦੀ ਚਾਲ ਮੁਤਾਬਕ ਉਹਦੇ ਉਚਾਰਨ ਦਾ ਤਰੀਕਾ ਵੀ ਦੱਸਿਆ ਹੈ। ਅਨ ਦਿਨੋਂ ਜਿਵੇਂ ਉਚਾਰਨ ਕਰਕੇ ਪਾਠ ਕੀਤਾ ਗਿਆ, ਇਸੇ ਤਰ੍ਹਾਂ ਹੀ ਪਾਠ ਹੋਵੇਗਾ ਜੀ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ। ਸਾਕਤ ਹਰ ਰਸ ਸਾਧ ਦੱਦੇ ਨਾਲ ਹੈ। ਕਈ ਵਾਰੀ ਆਮ ਅਣਗਹਿਲੀ ਨਾਲ ਸਾਧ ਨਾ ਜਾਣਿਆ ਧੱਦਾ ਬੋਲ ਦਿੰਦੇ ਆ, ਪਰ ਦੱਦੇ ਨੂੰ ਔਂਕੜ ਲੱਗਾ, ਇਹਦਾ ਅਰਥ ਹੈ ਸਵਾਦ। ਸਾਕਤਾਂ ਨੇ ਹਰ ਰਸ ਦਾ ਸਵਾਦ ਨਹੀਂ ਜਾਣਿਆ। ਸਾਧ ਇਹ ਖਿਆਲ ਰੱਖਣਾ। ਹਾਂਜੀ। ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਕਤ ਹਰ ਰਸ ਸਾਧ ਨਾ ਜਾਣਿਆ। ਤਿਨ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ। ਜਮ ਕਾਲ ਸਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ।
ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਕਰੋ ਵੀ ਕਰ ਜਾਂਦੇ ਆ, ਪਾਠ ਹੈ ਊੜੇ ਨਾਲ ਹੈ, ਕਰੋ ਬੇਨੰਤੀ, ਇਹ ਵੀ ਖਿਆਲ ਰੱਖਣਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾੜ ਚਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਔਧ ਘਟੈ ਦਿਨ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਈ ਪੀਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਹ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਾਉ ਕਰ ਸੰਤਨ ਕੀ ਧੂਰੇ। ਮੋਕੋ ਨਹੀਂ, ਕੱਕੇ ਤੇ ਹੋੜਾ ਲਾ ਕੇ ਪਾਠ ਨਹੀਂ ਕਰਨਾ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਾਓ, ਕੱਕਾ ਊੜੇ ਔਂਕੜ, ਮੋਹ ਕਾਓ ਕਰ ਸੰਤਨ ਕੀ ਧੂਰੇ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ। ਸਾਧ ਸੰਗਤ ਜੀ, ਰਾਗਾਂ ਦੀ ਆਰੰਭਤਾ ਹੋਈ ਹੈ। ਪੰਚਮ ਪਾਤਸ਼ਾਹ ਜੀ ਵਕਤ ਉਦੋਂ ਤੱਕ ਜਿਨ੍ਹਾਂ ਨਿਤਨੇਮ ਪ੍ਰਚਲਿਤ ਸੀ, ਉਹਨਾਂ ਨਿਤਨੇਮ ਦੀਆਂ ਤਿੰਨਾਂ ਬਾਣੀਆਂ ਦਾ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਸਥਾਨ ਰੱਖਿਆ। ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ, ਸ਼ਾਮ ਨੂੰ ਸੋਦਰ, ਰਾਤ ਨੂੰ ਸੌਣ ਲੱਗਿਆਂ ਸੋਹਿਲਾ। ਇਹ ਤਿੰਨ ਬਾਣੀਆਂ ਦਾ ਵਿਸ਼ੇਸ਼ ਤੌਰ 'ਤੇ ਨਿਤਨੇਮ ਪੰਚਮ ਪਾਤਸ਼ਾਹ ਜੀ ਤੱਕ ਪ੍ਰਚਲਿਤ ਹੋਇਆ ਹੈ। ਸੋ ਉਹ ਤਿੰਨੇ ਬਾਣੀਆਂ ਸਤਿਗੁਰੂ ਜੀ ਨੇ ਪਹਿਲਾਂ ਪ੍ਰਮੁੱਖ ਰੱਖੀਆਂ ਨੇ, ਸਭ ਤੋਂ ਪਹਿਲਾਂ ਅੰਕਿਤ ਕੀਤੀਆਂ ਨੇ। ਹੁਣ ਅੱਗੇ ਰਾਗਾਂ ਦੀ ਕਿਰਿਆ, ਰਾਗਾਂ ਦਾ ਕਰਮ ਆਰੰਭ ਹੋ ਰਿਹਾ ਹੈ। ਔਰ ਸਭ ਤੋਂ ਪਹਿਲਾ ਰਾਗ ਇਹ ਸ੍ਰੀ ਰਾਗ ਹੈ। ਸ੍ਰੀ ਰਾਗ ਤੋਂ ਆਰੰਭਤਾ ਹੋ ਰਹੀ ਹੈ। ਔਰ ਆਰੰਭ ਵਿੱਚ ਹੀ ਜਿਹੜਾ ਸਿਰਲੇਖ ਆਇਆ ਹੈ, ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪੱਪਾ ਹਾਹੇ ਸਿਆਰੀ ਲੱਲੇ ਕੰਨਾ ਅੱਖਰਾਂ ਵਿੱਚ ਵੀ ਸਤਿਗੁਰੂ ਜੀ ਨੇ ਲਿਖਿਆ ਹੈ। ਔਰ ਅੱਗੇ ਏਕਾ ਅੰਕ ਵੀ ਪਾਇਆ ਹੈ। ਅੱਗੇ ਘਰ ਪਹਿਲਾ। ਘਰ ਸੁਰ ਤਾਰ ਨਾਲ ਸੰਬੰਧ ਰੱਖਦਾ ਹੈ। ਰਾਗ ਦੇ ਗਾਇਨ ਕਰਨ ਦੇ ਭਾਰਤੀ ਸੰਗੀਤ ਪੱਧਤੀ ਮੁਤਾਬਕ 64 ਧਾਮ ਮੰਨੇ ਜਾਂਦੇ ਨੇ। ਸੰਸਕ੍ਰਿਤ ਵਿੱਚ ਧਾਮ, ਗੁਰਮੁਖੀ ਵਿੱਚ ਉਸ ਨੂੰ ਘਰ ਕਿਹਾ ਹੈ। ਗੁਰਬਾਣੀ 17 ਘਰਾਂ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਜਿਹੜਾ ਅੱਖਰਾਂ ਵਿੱਚ ਵੀ ਪਹਿਲਾ ਆਇਆ ਔਰ ਅੱਗੇ ਵੀ ਏਕਾ ਆਇਆ ਹੈ, ਇਹ ਅੱਖਰਾਂ ਵਿੱਚ ਪਹਿਲਾ ਲਿਖਣ ਤੋਂ ਭਾਵ ਸਤਿਗੁਰੂ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਇਸ ਨੂੰ ਮਹੱਲਾ ਇੱਕ ਨਹੀਂ ਕਹਿਣਾ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਨਹੀਂ ਬੋਲਣਾ, ਮਹੱਲਾ ਪਹਿਲਾ ਕਹਿ ਕੇ ਉਚਾਰਨ ਕਰਨਾ ਹੈ। ਇਹਨਾਂ ਜਿਹੜਾ ਅੰਕਾਂ ਦਾ ਉਚਾਰਨ ਦਾ ਢੰਗ ਹੈ, ਇਹ ਸਦਾ ਵਾਸਤੇ ਭਾਈ ਯਾਦ ਰੱਖ ਲੈਣਾ, ਅਗਾਂਹ ਸਮਝ ਲੈਣਾ। ਗੁਰਬਾਣੀ ਵਿੱਚ ਜਿੱਥੇ ਸਤਿਗੁਰੂ ਜੀ ਨੇ ਅੱਖਰ ਪਹਿਲਾਂ ਲਿਖੇ ਨੇ ਤੇ ਅੰਕ ਬਾਅਦ ਵਿੱਚ ਲਿਖਿਆ ਹੈ, ਇਹਦਾ ਉਚਾਰਨ ਇੱਕੋ ਵਾਰੀ ਹੋਵੇਗਾ, ਦੁਬਾਰਾ ਨਹੀਂ ਹੋਵੇਗਾ। ਪਰ ਜਿੱਥੇ ਅੰਕ ਪਹਿਲਾਂ ਲਿਖ ਕੇ ਅੱਖਰਾਂ ਵਿੱਚ ਦੁਬਾਰਾ ਲਿਖਿਆ ਹੋਵੇ, ਉਹਦਾ ਉਚਾਰਨ ਦੁਬਾਰਾ ਹੋਵੇਗਾ। ਜਿਵੇਂ ਇੱਥੇ ਮਹਾਰਾਜ ਨੇ ਅੱਖਰਾਂ ਵਿੱਚ ਪਹਿਲਾਂ ਲਿਖਿਆ ਹੈ, ਏਕਾ ਬਾਅਦ ਵਿੱਚ ਲਿਖਿਆ ਹੈ। ਇੱਥੇ ਅਸੀਂ ਇੱਕੋ ਵਾਰ ਹੀ ਬੋਲਾਂਗੇ, ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਜੇ ਇੱਥੇ ਏਕਾ ਪਹਿਲਾਂ ਹੁੰਦਾ ਤੇ ਪਹਿਲਾ ਅੱਖਰਾਂ ਵਿੱਚ ਬਾਅਦ ਵਿੱਚ ਹੁੰਦਾ ਤਾਂ ਪਹਿਲਾ ਆਪਾਂ ਇਉਂ ਥੋੜ੍ਹੀ ਜਮਕ ਦੇ ਕੇ ਦੁਬਾਰਾ ਉਚਾਰਨ ਕਰਨਾ ਸੀ। ਅਗਾਂਹ ਐਸਾ ਪਾਠ ਆਵੇਗਾ ਗੁਰਬਾਣੀ ਵਿੱਚ
ਜਿੱਥੇ ਅੰਕ ਪਹਿਲਾਂ ਹੈ ਤੇ ਅੱਖਰ ਬਾਅਦ ਵਿੱਚ ਨੇ, ਉਥੇ ਇਹ 2 ਵਾਰ ਉਚਾਰਨ ਕੀਤਾ ਜਾਂਦਾ ਹੈ। ਪਰ ਜਿੱਥੇ ਅੰਕ ਬਾਅਦ ਵਿੱਚ ਆਵੇ ਉਸ ਦਾ ਉਚਾਰਨ ਨਹੀਂ ਹੋਣਾ। ਇਹ ਨਿਯਮ ਹੈ, ਇਹ ਅਸੂਲ ਹੈ ਜਿਹੜਾ ਆਰੰਭ ਤੋਂ ਚੱਲਿਆ ਆ ਰਿਹਾ ਹੈ। ਇਸ ਅਸੂਲ ਨੂੰ ਚੇਤੇ ਰੱਖਣਾ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਇਸ ਸਰਲੇਖ ਤੋਂ ਬਾਣੀ ਦੀ ਆਰੰਭਤਾ ਹੋ ਰਹੀ ਹੈ ਰਾਗਾਂ ਵਿੱਚ। ਮੋਤੀ ਤਾ ਮੰਦਰ ਊਸਰਹਿ, ਰਤਨੀ ਤਾ ਹੋਹਿ ਜੜਾਓ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ। ਅਵਰ ਨਾਹੀ ਥਾਉ ਰਹਾਉ। ਧਰਤੀ ਤਾ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ। ਪਲਗ ਲਾਲ ਜੜਾਓ, ਇੱਥੇ ਲੱਲੇ ਤੇ ਨਾ ਬਿੰਦੀ ਹੈ ਨਾ ਟਿੱਪੀ ਹੈ। ਜੇ ਬਿੰਦੀ ਹੁੰਦੀ ਤਾਂ ਆਪਾਂ ਪਲੰਗ ਪਾਠ ਕਰਦੇ, ਜੇ ਟਿੱਪੀ ਹੁੰਦੀ ਤਾਂ ਪਲੰਗ ਪਾਠ ਹੁੰਦਾ। ਪਰ ਇੱਥੇ ਟਿੱਪੀ ਬਿੰਦੀ ਕੁਝ ਵੀ ਸਤਿਗੁਰੂ ਜੀ ਨੇ ਨਹੀਂ ਲਿਖੀ, ਪਲਗ ਪਾਠ ਹੀ ਆਪਾਂ ਕਰਾਂਗੇ। ਇਹਦੇ ਵਿੱਚ ਕੋਈ ਦੁਚਿੱਤੀ ਨਹੀਂ ਰੱਖਣੀ, ਕੋਈ ਸ਼ੰਕਾ ਨਹੀਂ ਰੱਖਣਾ। ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ। ਮੋਹਣੀ ਨਾਣੇ ਨਾਲ ਮੋਹਣੀ ਨਾਣੇ ਦਾ ਉਚਾਰਨ ਰੱਖਣਾ, ਇੱਥੇ ਨੰਨਾ ਨਾ ਬੋਲਿਆ ਜਾਵੇ। ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਸਿਧ ਹੋਆ ਸਿਧ ਲਾਈ, ਰਿਦ ਆਖਾ ਆਓ। ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੈ ਭਾਉ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਸੁਲਤਾਨ ਹੋਵਾ ਮੇਲ ਲਸਕਰ, ਤਖਤ ਰਾਖਾ ਪਾਉ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਉ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਉ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੈ ਸੌਣ ਨਾ ਥਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਸਾਚਾ ਨਿਰੰਕਾਰ ਨਿਜ ਥਾਇ, ਸੁਣ ਸੁਣ ਆਖਣ ਆਖਣਾ। ਜੇ ਭਾਵੈ ਕਰੇ ਤਮਾਏ, ਰਹਾਉ। ਕੁਸਾ ਕਟਿਆ ਵਾਰ ਵਾਰ। ਕੁਸਾ ਬਿਲਕੁਲ ਪੋਲਾ ਬੋਲਿਆ ਜਾਵੇਗਾ, ਕੁੱਸਾ ਨਹੀਂ। ਕਟਿਆ ਥੋੜਾ ਜਿਹਾ ਅਧਿਕ ਲੱਗ ਕੇ ਉਚਾਰਨ ਹੋਵੇਗਾ, ਕਟਿਆ ਨਹੀਂ। ਤੇ ਉਧਰ ਕੁਸਾ ਜਿਹੜਾ ਉਹ ਪੋਲਾ ਹੋਵੇਗਾ, ਕੁੱਸਾ ਨਹੀਂ। ਕੁਸਾ ਕਟਿਆ ਵਾਰ ਵਾਰ। ਕੁਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ। ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਪੰਖੀ ਹੋਏ ਕਹਿ ਜੇ ਭਵਾ, ਸੈ ਅਸਮਾਨੀ ਜਾਉ। ਨਦਰੀ ਕਿਸੈ ਨਾ ਆਵਊ, ਨਾ ਕਿਛ ਪੀਆ ਨਾ ਖਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਨਾਨਕ ਕਾਗਦ ਲਖ ਮਣਾ। ਨਾਨਕ ਕਾਗਦ, ਇਹ 2 ਵਾਰੀ ਕਾਕਾ। ਨਾਨਕ ਦੇ ਅਖੀਰ ਵਿੱਚ ਕਾਕਾ ਤੇ ਕਾਗਦ ਦਾ ਪਹਿਲਾ ਕਾਕਾ, ਇਹ ਕਿਤੇ ਇਕੱਠਾ ਨਾ ਹੋ ਜਾਵੇ, ਇਹ ਖਿਆਲ ਰੱਖ ਕੇ ਨਾਨਕ ਕਾਗਦ ਲਖ ਮਣਾ। ਹਾਂਜੀ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੈ ਭਾਉ। ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਸ੍ਰੀ ਰਾਗ ਮਹੱਲਾ ਪਹਿਲਾ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ। ਲੇਖੈ ਵਾਟ ਚਲਾਈਆ, ਲੇਖੈ ਸੁਣ ਵੇਖਾਓ। ਲੇਖੈ ਸਾਹ ਲਵਾਈਐ, ਪੜੇ ਕੇ ਪੁੱਛਣ ਜਾਓ।
ਬਾਬਾ ਮਾਇਆ ਰਚਨਾ ਧੋਹ, ਅੰਧੈ ਨਾਮ ਵਿਸਾਰਿਆ, ਨਾ ਤਿਸ ਏਹ ਨਾ ਓਹ। ਰਹਾਉ ਜੀਵਨ ਮਰਣਾ ਜਾਇ ਕੈ, ਏਥੈ ਖਾਜੈ ਕਾਲ। ਜਿਥੈ ਬਹਿ ਸਮਝਾਈਐ, ਤਿਥੈ ਕੋਇ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ, ਸਭ ਬੰਨ੍ਹੈ ਪੰਡ ਪਰਾਲ। ਸਭ ਕੋ ਆਖੈ ਬਹੁਤ ਬਹੁਤ, ਘਟ ਨਾ ਆਖੈ ਕੋਇ। ਕੀਮਤ ਗਿਨੈ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਏਕ ਤੂ। ਸਾਹਿਬ ਹਾਹਾ ਮੁਕਤਾ ਹੈ। ਇਹਨੂੰ ਕਿਤੇ ਭੁਲੇਖੇ ਵਿੱਚ ਗਲਤ ਨਾ ਸਮਝ ਲੈਣਾ ਕਿ ਸਿਹਾਰੀ ਲੱਗਣ ਵਾਲੀ ਰਹਿ ਗਈ ਹੈ। ਨਹੀਂ, ਇਹ ਪਾਠ ਬਿਲਕੁਲ ਸ਼ੁੱਧ ਹੈ। ਇਸੇ ਤਰ੍ਹਾਂ ਹੀ ਹੈ, ਸਾਹਿਬ ਹੀ ਇਹਦਾ ਉਚਾਰਨ ਹੋਵੇਗਾ। ਸਾਚਾ ਸਾਹਿਬ ਏਕ ਤੂ, ਹੋਰ ਜੀਆ ਕੇਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵਡਿਆ ਸਿਓ ਕਿਆ ਰੀਸ। ਜਿਥੈ ਨੀਚ ਸਮਾਲੀਅਨ, ਤਿਥੈ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਬ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਏ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬਹਿ ਰੋਏ। ਰਹਾਉ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ, ਕੈ ਘਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪਰਵਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵ ਹੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਤਿਨ ਮਤ ਤਿਨ ਪਤ ਤਿਨ ਧਨ ਪੱਲੈ, ਜਿਨ ਹਿਰਦੈ ਰਹਿਆ ਸਮਾਏ। ਤਿਨ ਕਾ ਕਿਆ ਸਾਲਾਹਣਾ, ਅਵਰ ਸਵਾਲੇ ਹੋ ਕਾਏ। ਨਾਨਕ ਨਦਰੀ ਬਾਹਰੇ, ਰਚ ਹੈ ਦਾਨ ਨਾ ਨਾਏ। ਦਾਨ ਨਾ ਨਾਏ, ਇਹ 3 ਵਾਰੀ ਨੰਨਾ ਆ ਗਿਆ। ਇਸ ਕਰਕੇ ਖਿਆਲ ਨਾਲ 3 ਵਾਰੀ ਉਚਾਰਨ ਕਰਨਾ। ਦਾਨ ਨਾ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ, ਦਿੱਤਾ ਦੇਵਨਹਾਰ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿਨ ਸੋਫੀਆ, ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ, ਜਿਤ ਸੇਵਿਐ ਸੁਖ ਪਾਈਐ। ਤੇਰੀ ਦਰਗਹਿ ਚੱਲੈ ਮਾਣ। ਰਹਾਉ ਸੱਚ ਸਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਸੁਣਹਿ ਵਖਾਣ ਹੈ ਜੇਤੜੇ, ਹਉ ਤਿਨ ਬਲਿਹਾਰੈ ਜਾਉ। ਤਾ ਮਨ ਖੀਵਾ ਜਾਣੀਐ, ਜਾ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆ, ਸਤ ਪਰਮਲ ਤਨ ਵਾਸ। ਤਾ ਮੁਖ ਹੋਵੈ ਉਜਲਾ, ਲਖ ਦਾਤੀ ਇਕ ਦਾਤ। ਦੂਖ ਤਿਸੈ ਪਹਿ ਆਖੀਐ ਹੈ, ਸੂਖ ਜਿਸੈ ਹੀ ਪਾਸ। ਸੋ ਕਿਉ ਮਨਹੁ ਵਿਸਾਰੀਐ, ਜਾ ਕੇ ਜੀ ਪ੍ਰਾਣ। ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆ, ਤੁਧ ਭਾਵੈ ਪਰਵਾਣ। ਸ੍ਰੀ ਰਾਗ ਮਹੱਲ ਪਹਿਲਾ। ਹਾਂਜੀ, ਇੱਥੇ ਮਹੱਲ ਪਾਠ ਹੁੰਦਾ ਹੈ। ਇਸੇ ਤਰ੍ਹਾਂ ਅੱਗੇ 12ਵੇਂ ਸ਼ਬਦ ਵਿੱਚ, ਫਿਰ 15ਵੇਂ ਸ਼ਬਦ ਵਿੱਚ ਮਹੱਲ ਆਉਂਦਾ ਹੈ। ਅਤੇ ਬਸੰਤ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਮਹੱਲ ਪਦ ਰੱਖਿਆ ਹੈ। ਸੋ ਇੱਥੇ ਮਹੱਲਾ ਨਹੀਂ ਪੜ੍ਹਨਾ, ਜਿਵੇਂ ਗਿਆਨੀ ਜੀ ਨੇ ਮਹੱਲ ਉਚਾਰਨ ਕੀਤਾ ਹੈ, ਇਸੇ ਤਰ੍ਹਾਂ ਹੀ ਮਹੱਲ ਹੀ ਪੜ੍ਹਨਾ।
ਹਾਂਜੀ, ਮਹਿਲ ਵੀ ਨਹੀਂ ਕਹਿਣਾ ਤੇ ਇਸ ਪਾਠ ਨੂੰ ਗਲਤ ਵੀ ਨਹੀਂ ਸਮਝਣਾ। ਮਹੱਲ ਪਾਠ ਇੱਥੇ ਸ਼ੁੱਧ ਹੈ। ਜਿਵੇਂ ਗਿਆਨੀ ਜੀ ਨੇ ਦੱਸਿਆ, ਸ੍ਰੀ ਰਾਗ ਦਾ ਇੱਕ ਇਹ 6ਵਾਂ ਸ਼ਬਦ ਹੈ, ਇੱਕ ਅੱਗੇ 12ਵਾਂ ਸ਼ਬਦ ਆਵੇਗਾ, ਇੱਕ 15ਵਾਂ ਸ਼ਬਦ ਆਵੇਗਾ। ਇਹਨਾਂ ਤਿੰਨਾਂ ਸ਼ਬਦਾਂ ਤੇ ਮਹੱਲ ਪਾਠ ਹੈ। 6ਵਾਂ ਔਰ 12ਵਾਂ ਸ਼ਬਦ ਲੱਲੇ ਨੂੰ ਔਂਕੜ ਲਾਇਆ ਹੋਇਆ ਹੈ, 15ਵੇਂ ਸ਼ਬਦ ਲੱਲੇ ਨੂੰ ਔਂਕੜ ਵੀ ਨਹੀਂ, ਲੱਲਾ ਮੁਕਤਾ ਹੈ। ਇਹ ਸਤਿਗੁਰੂ ਜੀ ਨੇ ਭੇਦ ਰੱਖਿਆ। ਇਹਨਾਂ ਸ਼ਬਦਾਂ ਤੇ ਇਹ ਸਿਰਲੇਖ ਦਾ ਉਚਾਰਨ ਮਹੱਲ ਹੀ ਹੋਵੇਗਾ। ਸ੍ਰੀ ਰਾਗ ਮਹੱਲ ਪਹਿਲਾ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿਤ ਲੇਖਾਰੀ, ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿਥੈ ਲੇਖਾ ਮੰਗੀਐ ਤਿਥੈ ਹੋਏ ਸੱਚਾ ਨੀਸਾਨ। ਰਹਾਉ ਜਿਥੈ ਮਿਲਹਿ ਵਡਿਆਈਆ, ਸਦ ਖੁਸ਼ੀਆ ਸਦ ਚਾਉ। ਤਿਨ ਮੁਖ ਟਿੱਕੇ ਨਿਕਲਹਿ, ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾ ਪਾਈਐ, ਨਾਹੀ ਗੱਲੀ ਵਾਉ ਦੁਆਉ। ਇਕ ਆਵ ਹੈ ਇਕ ਜਾਹੇ ਉਠ। ਹਾਂਜੀ, ਨਾ ਹੀ ਗੱਲੀ ਵਾਓ ਦਵਾਓ। ਗੱਲੀ ਪਾਠ ਹੋਵੇਗਾ, ਗਲੀ ਨਹੀਂ। ਗੱਲਾਂ ਬਾਤਾਂ ਤੋਂ ਇਹਦਾ ਅਰਥ ਹੈ। ਸੋ ਇਸ ਪ੍ਰਕਾਰ ਗੱਲੀ ਪਾਠ ਕਰਨਾ ਹੈ। ਕਰਮ ਮਿਲੈ ਤਾ ਪਾਈਐ, ਨਾਹੀ ਗੱਲੀ ਵਾਉ ਦੁਆਉ। ਇਕ ਆਵ ਹੈ ਇਕ ਜਾਹੇ ਉਠ, ਰਖੀਐ ਨਾਵ ਸਲਾਰ। ਇਕ ਉਪਾਏ ਮੰਗਤੇ, ਇਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ, ਵਿਣ ਨਾਵੈ ਵੇਕਾਰ। ਭੈ ਤੇਰੇ ਡਰ ਅਗਲਾ, ਖਪ ਖਪ ਛਿਜੈ ਦੇਹ। ਨਾਵ ਜਿਨਾ ਸੁਲਤਾਨ ਖਾਨ, ਹੋਦੇ ਡਿਠੇ ਖੇਹ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ। ਖਾਲਸਾ ਜੀ, ਆਪ ਜੀ ਦੀ ਜਾਣਕਾਰੀ ਵਾਸਤੇ ਬੇਨਤੀ ਕਰ ਦੇਵਾਂ। ਇਹ ਜਿਹੜਾ ਸ਼ਬਦ ਹੈ ਜੋ ਆਪ ਜੀ ਨੇ ਇਹ ਸਰਵਣ ਕੀਤਾ ਹੈ, 6ਵਾਂ ਸ਼ਬਦ, ਇਹ ਅੰਮ੍ਰਿਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਹੈ। ਭਾਵ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਸ਼ਬਦ ਇਹ ਉਚਾਰਨ ਕੀਤਾ ਅੰਮ੍ਰਿਤ ਰੂਪ ਬਾਣੀ ਦਾ। ਜਦੋਂ ਆਪ ਜੀ ਗੋਪਾਲ ਦਾਸ ਪਾਂਧੇ ਕੋਲ ਪੜ੍ਹਨ ਵਾਸਤੇ ਗਏ ਸਨ, ਪਾਂਧੇ ਨੂੰ ਪੜ੍ਹਾਉਂਦਿਆਂ ਉਸ ਨੂੰ ਅਧਿਆਤਮਿਕ ਵਿੱਦਿਆ ਦੀ ਸੋਝੀ ਕਰਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ। ਆਸਾ ਰਾਗ ਦੀ ਪੱਟੀ ਇਹਦੇ ਵਿੱਚੋਂ ਬਾਅਦ ਵਿੱਚ ਮਹਾਰਾਜ ਨੇ ਉਚਾਰਨ ਕੀਤੀ। ਸੋ ਅੰਮ੍ਰਿਤ ਰੂਪ ਗੁਰਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਪ੍ਰਗਟ ਹੋਇਆ, ਉਹ ਇਹ ਪਾਵਨ ਸ਼ਬਦ ਹੈ, ਜਾਲ ਮੋਹ ਕਸ ਮਸ ਕਰ। ਆਪ ਜੀ ਦੀ ਜਾਣਕਾਰੀ ਵਾਸਤੇ ਇਹ ਬੇਨਤੀ ਕੀਤੀ ਹੈ ਜੀ।